ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਲਗਾਤਾਰ ਪੋਸਟ ਗ੍ਰੈਜੂਏਟ ਕਲਾਸਾਂ ਦੇ ਲਈ ਲੈਕਚਰ ਲਾਏ ਜਾ ਰਹੇ ਹਨ। ਅੱਜ ਵਾਲਾ ਲੈਕਚਰ ਵਾਰਤਕ ਵਿਰਸਾ ਪੁਸਤਕ ਦੇ ਕੁਝ ਚੈਪਟਰਾਂ ਉੱਤੇ ਆਧਾਰਿਤ ਹੈ। ਹੁਣ ਤੱਕ ਅਸੀਂ ਪੰਜਾਬੀ ਵਾਰਤਕ ਦੇ ਬਾਰੇ ਗੱਲਬਾਤ ਕਰ ਚੁੱਕੇ ਹਾਂ। ਮੁੱਢਲੀ ਪੰਜਾਬੀ ਵਾਰਤਕ ਬਾਰੇ, ਜਿਹਨੂੰ ਕਿਹਾ ਜਾ ਸਕਦਾ ਹੈ ਕਿ ਪੂਰਬਲੇ ਮੁਗਲ ਕਾਲ ਦੀ ਵਾਰਤਕ ਬਾਰੇ। ਫਿਰ ਅਸੀਂ ਪਹਿਲੇ ਦੌਰ ਦੇ ਮੁਗਲ ਕਾਲ ਦੀ ਵਾਰਤਕ ਬਾਰੇ ਗੱਲ ਕੀਤੀ ਸੀ, ਜਾਂ ਉਹਨੂੰ ਅਸੀਂ ਪੂਰਵ ਨਾਨਕ ਕਾਲ ਅਤੇ ਨਾਨਕ ਕਾਲ ਦੀ ਵਾਰਤਕ ਬਾਰੇ ਗੱਲ ਕਰ ਸਕਦੇ ਹਾਂ। ਪਰ ਹੁਣ ਜਿਹੜੀ ਵਾਰਤਕ ਬਾਰੇ ਅਸੀਂ ਗੱਲ ਕਰ ਰਹੇ ਹਾਂ, ਉਹ ਵਾਰਤਕ ਬਾਰੇ ਅਸੀਂ ਗੱਲ ਕਰ ਰਹੇ ਹੈਗੇ ਹਾਂ ਜਿਸ ਨੂੰ ਅਸੀਂ ਆਖਦੇ ਹਾਂ ਕਿ ਪਿਛਲੇਰੇ ਮੁਗਲ ਦੌਰ ਦੀ ਵਾਰਤਕ ਜਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦੀ ਵਾਰਤਕ। 1700 ਤੋਂ ਲੈ ਕੇ 1850 ਤੱਕ ਦੀ ਜਿਹੜੀ ਵਾਰਤਕ ਆ, ਉਸ ਵਾਰਤਕ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਇਸ ਵਾਰਤਕ ਵਿੱਚ ਇੱਕ ਲੈਕਚਰ ਪਹਿਲਾਂ ਕੀਤਾ ਜਾ ਚੁੱਕਾ ਹੈ, ਜਿਹੜਾ ਲੈਕਚਰ ਮੁੱਖ ਤੌਰ 'ਤੇ ਨਾਮਾ ਸਾਹਿਤ ਬਾਰੇ ਸੀ। ਉਹਦੇ ਵਿੱਚ ਆਪਾਂ ਹੁਕਮਨਾਮਿਆਂ ਬਾਰੇ ਗੱਲ ਕੀਤੀ ਸੀ ਅਤੇ ਰਹਿਤਨਾਮਿਆਂ ਬਾਰੇ ਗੱਲ ਕੀਤੀ ਸੀ। ਹੁਣ ਜਿਹੜਾ ਅੱਜ ਆਪਾਂ ਵਿਚਾਰ ਵਟਾਂਦਰਾ ਕਰਨਾ ਹੈ, ਉਹ ਆਪਾਂ ਕਰਨਾ ਹੈ ਸਾਖੀ ਸਾਹਿਤ ਬਾਰੇ, ਪਰਚੀਆਂ ਬਾਰੇ, ਬਚਨ ਬਾਰੇ, ਪਰਮਾਰਥ ਬਾਰੇ ਅਤੇ ਅਨੁਵਾਦ ਬਾਰੇ। ਇਹਨਾਂ 5 ਵੰਨਗੀਆਂ ਬਾਰੇ ਅੱਜ ਆਪਾਂ ਮੁੱਖ ਤੌਰ 'ਤੇ ਗੱਲਬਾਤ ਕਰਾਂਗੇ। ਤੋ ਜਿਹੜੀ ਇਹ ਕਿਤਾਬ ਹੈਗੀ ਆ ਵਾਰਤਕ ਵਿਰਸਾ, ਇਹਦੇ ਆਰੰਭ ਦੇ ਵਿੱਚ ਭੂਮਿਕਾ ਲਿਖੀ ਹੈ। ਤੁਹਾਡੇ ਨਾਲ ਪਹਿਲਾਂ ਵੀ ਵਿਚਾਰ ਕੀਤਾ ਕਿ ਉਹ ਭੂਮਿਕਾ ਨੂੰ ਧਿਆਨ ਨਾਲ ਪੜ੍ਹੋ, ਤੁਹਾਨੂੰ ਪੰਜਾਬੀ ਵਾਰਤਕ ਦੇ ਇਤਿਹਾਸ ਬਾਰੇ ਪਤਾ ਲੱਗੂਗਾ। ਫਿਰ ਇਹਦੇ ਵਿੱਚ ਜਿਹੜੀਆਂ ਵੰਨਗੀਆਂ ਲੱਗੀਆਂ, ਉਹਨਾਂ ਵੰਨਗੀਆਂ ਬਾਰੇ ਹਰ ਵੰਨਗੀ ਦੇ ਵਿੱਚੋਂ ਕੁਝ ਨਮੂਨੇ ਤੁਹਾਡੇ ਸਿਲੇਬਸ ਵਿੱਚ ਲਾਏ ਗਏ ਆ, ਉਹਨਾਂ ਨੂੰ ਆਪ ਪੜ੍ਹਨ ਦੀ ਕੋਸ਼ਿਸ਼ ਕਰੋ। ਕਿਉਂਕਿ ਮੱਧਕਾਲੀ ਵਾਰਤਕ ਆ, ਉਹਦੇ ਵਿੱਚ ਜਿਹੜੇ ਬਹੁਤ ਸਾਰੇ ਸ਼ਬਦ ਵਰਤੇ ਗਏ ਆ, ਉਹ ਅੱਜ ਅਸੀਂ ਨਹੀਂ ਵਰਤਦੇ। ਅੱਜ ਦੀ ਭਾਸ਼ਾ ਤੋਂ ਉਹ ਪੁਰਾਣੇ ਨੇ। ਉਹਦੇ ਵਿੱਚ ਉਪਭਾਸ਼ਾਈ ਸ਼ਬਦ ਬਹੁਤ ਨੇ। ਉਹਦੇ ਵਿੱਚ ਅਰਬੀ ਫਾਰਸੀ ਮੂਲ ਦੇ ਸ਼ਬਦ ਵੀ ਨੇ ਅਤੇ ਸੰਸਕ੍ਰਿਤ ਬ੍ਰਜੀ ਅਵਧੀ ਮੂਲ ਦੇ ਸ਼ਬਦ ਵੀ ਨੇ। ਤਾਂ ਇਸ ਕਰਕੇ ਉਹਨੂੰ ਤੁਸੀਂ ਆਪ ਪੜ੍ਹਨ ਦੀ ਕੋਸ਼ਿਸ਼ ਕਰੋ। ਜਿਹੜੇ ਕੋਈ ਪ੍ਰਸ਼ਨ ਤੁਹਾਡੇ ਮਨ ਵਿੱਚ ਉੱਠਦੇ ਆ, ਉਹਨੂੰ ਪੜ੍ਹਦਿਆਂ ਕਿਸੇ ਸ਼ਬਦ ਦਾ ਅਰਥ ਨਹੀਂ ਪਤਾ ਲੱਗਦਾ, ਤਾਂ ਉਹਦੇ ਲਈ ਕੋਸ਼ ਵੇਖੋ, ਪੰਜਾਬੀ ਕੋਸ਼ ਵੇਖੋ। ਭਾਈ ਕਾਹਨ ਸਿੰਘ ਦਾ ਗੁਰਸ਼ਬਦ ਰਤਨਾਕਰ ਕੋਸ਼ ਵੇਖੋ। ਜੇ ਕਿਤਾਬ ਦੇ ਪਿੱਛੇ ਵੀ ਕੁਝ ਸ਼ਬਦਾਂ ਦੇ ਅਰਥ ਦਿੱਤੇ ਹੋਏ ਆ, ਤੁਸੀਂ ਉੱਥੋਂ ਉਹਨੂੰ ਆਪ ਪੜ੍ਹਨ ਦੀ ਕੋਸ਼ਿਸ਼ ਕਰੋ। ਕਿਉਂਕਿ ਸਿੱਖਿਆ ਦਾ ਇੱਕ ਮੰਤਵ ਇਹ ਵੀ ਆ ਕਿ ਤੁਸੀਂ ਜਿਹੜੀਆਂ ਮੱਧਕਾਲੀ ਰਚਨਾਵਾਂ ਹੈ, ਉਹਨਾਂ ਨੂੰ ਖੁਦ ਪੜ੍ਹਨ ਦੇ ਯੋਗ ਹੋ ਸਕੋ, ਖੁਦ ਪੜ੍ਹਨ ਦੇ ਸਮਰੱਥ ਹੋ ਸਕੋ ਅਤੇ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰੋ। ਉਹਨਾਂ ਰਚਨਾਵਾਂ ਦੀ ਵਿਆਖਿਆ ਜਿਹੜੀ ਉਹ ਵੀ ਕੀਤੀ ਹੋਈ ਆ। ਉਹਦੇ ਬਾਰੇ ਦੱਸਿਆ ਗਿਆ ਕਿ ਰਚਨਾ ਕਦੋਂ ਦੀ ਆ, ਕਿਸ ਪ੍ਰਕਾਰ ਦੀ ਆ। ਇਸ ਪ੍ਰਕਾਰ ਇਸ ਕਿਤਾਬ ਨੂੰ ਤੁਸੀਂ ਪੜ੍ਹੋ। ਅੱਜ ਵਾਲੇ ਲੈਕਚਰ ਦੇ ਨਾਲ ਆਪਣੀ ਇਹ ਕਿਤਾਬ ਖਤਮ ਹੋਵੇਗੀ। ਇਸ ਕਿਤਾਬ ਦੇ ਵਿੱਚੋਂ ਜਿਹੜੀਆਂ, ਜਿਵੇਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਕਿ ਹੁਕਮਨਾਮਿਆਂ ਅਤੇ ਰਹਿਤਨਾਮਿਆਂ ਬਾਰੇ ਤਾਂ ਗੱਲ ਹੋ ਚੁੱਕੀ ਆ। ਅੱਜ ਜਿਹੜੀ ਗੱਲ ਕਰਨੀ ਹੈਗੀ ਆ, ਉਹ ਹੁਣ ਮੈਂ ਸਾਖੀ ਬਾਰੇ ਕਰਦੀ ਹਾਂ ਗੱਲ, ਅਤੇ ਸਾਖੀ ਵੀ 100 ਸਾਖੀ ਬਾਰੇ ਕਰਨੀ ਹੈ। ਜਿਹੜੀ 100 ਸਾਖੀ ਰਚਨਾ ਹੈਗੀ ਆ, ਇਹ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਮਕਬੂਲ ਰਹੀ। ਖਾਸ ਕਰਕੇ ਇਹਦਾ ਜਿਹੜਾ ਮਕਬੂਲੀਅਤ ਦਾ ਸਮਾਂ ਹੈ, ਉਹ ਕਿਹਾ ਜਾ ਸਕਦਾ ਕਿ ਅੰਗਰੇਜ਼ਾਂ ਦੇ ਸਮੇਂ ਇਹ 100 ਸਾਖੀ ਹੈ ਜਿਹੜੀ ਬਹੁਤ ਮਕਬੂਲ ਰਹੀ। ਅਤੇ ਇਹ 100 ਸਾਖੀ ਲਿਖੀ ਕਦੋਂ ਗਈ, ਇਹਦਾ ਰਚਨਾਕਾਰ ਕੌਣ ਆ, ਇਹਦੇ ਵਿੱਚ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਮਤਭੇਦ ਨੇ। ਜਿਹੜਾ ਸਾਖੀ ਦੇ ਵਿੱਚ ਦਾਅਵਾ ਹੈ ਕਿ ਜਾਂ ਜਿਹੜੇ ਇਹਨੂੰ ਮੰਨਣ ਵਾਲੇ, ਇਹਦੇ ਵਿੱਚ ਵਿਸ਼ਵਾਸ ਕਰਨ ਵਾਲੇ ਸਾਖੀ ਵਾਲੇ ਜਿਹੜੇ ਦੱਸਦੇ ਆ, ਉਹ ਤਾਂ ਕਹਿੰਦੇ ਕਿ ਜਿਹੜੀਆਂ ਸਾਰੀਆਂ ਸਾਖੀਆਂ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਗੁਰਬਖਸ਼ ਸਿੰਘ ਜੀ ਨੂੰ ਸੁਣਾਈਆਂ, ਭਾਈ ਗੁਰਬਖਸ਼ ਸਿੰਘ ਜੀ ਨੂੰ, ਅਤੇ ਭਾਈ ਗੁਰਬਖਸ਼ ਸਿੰਘ ਜੀ ਨੇ ਇਹ ਅੱਗੇ ਸਾਹਿਬ ਸਿੰਘ ਨੂੰ ਲਿਖਵਾਈਆਂ। ਤਾਂ ਇਹ ਸਾਹਿਬ ਸਿੰਘ ਦੀ ਲਿਖਤ ਹੈਗੀ ਆ, ਗੁਰਬਖਸ਼ ਸਿੰਘ ਨੇ ਲਿਖਾਈਆਂ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਸਲ ਦੇ ਵਿੱਚ ਇਹ ਦੱਸੀਆਂ ਜਾਂ ਉਹਨਾਂ ਦੇ ਮੁੱਖ ਦੇ ਵਾਕ ਨੇ, ਇਹ ਕਿਹਾ ਜਾਂਦਾ। ਤਾਂ ਮੱਧਕਾਲੀ ਵਾਰਤਕ ਦੇ ਵਿੱਚ ਇੱਕ ਸਮੱਸਿਆ ਹੈ ਕਿ ਹਰ ਜਿਹੜਾ ਲੇਖਕ ਹੈਗਾ ਉਹ ਆਪਣਾ ਨਾਂ ਨਹੀਂ ਦਿੰਦਾ ਗਾ। ਉਹ ਹਮੇਸ਼ਾ ਇਹ ਕਹਿੰਦਾ ਕਿ ਇਹ ਰਚਨਾ ਮੈਂ ਨਹੀਂ ਰਚੀ ਗਈ, ਇਹ ਰਚਨਾ ਤਾਂ ਕਿਸੇ ਉਹ ਗੁਰੂ ਦੇ ਨਾਂ ਨਾਲ ਲਾਉਂਦਾ ਅਤੇ ਉਹਨਾਂ ਇਸ ਰਚਨਾ ਦਾ ਜਿਹੜਾ 100 ਸਾਖੀ ਦਾ ਰਚਨਾਕਾਰ ਆ ਉਹ ਇਹਨੂੰ ਜੋੜਦਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਨਾਲ।
ਜਿਹੜੀਆਂ ਇਹਦੇ ਨਾਂ ਬਹੁਤ ਸਾਰੇ ਨੇ, 100 ਸਾਖੀ, ਸਾਖੀਆਂ, ਸੱਚੀਆਂ ਸਾਖੀਆਂ, ਇਸ ਤਰ੍ਹਾਂ ਦੇ ਇਹਦੇ ਵਿਭਿੰਨ ਭੇਦ ਵੀ ਆਮ ਜਨਤਾ ਦੇ ਵਿੱਚ ਪ੍ਰਚਲਿਤ ਨੇ। ਪਰ ਜਿਹੜੀ ਇਹਦੇ ਵਿੱਚ ਨਮੂਨਾ ਲਾਇਆ ਗਿਆ ਹੈਗਾ ਉਹ ਪ੍ਰਾਚੀਨ 100 ਸਾਖੀ ਜਿਹੜੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਹੋਰਾਂ ਨੇ ਸੰਪਾਦਿਤ ਕੀਤੀ ਆ, ਇਹ ਉਹਦੇ ਵਿੱਚੋਂ ਲਈ ਗਈ ਆ। ਇਹਦੇ ਵਿੱਚ 2 ਸਾਖੀਆਂ ਜਿਹੜੀਆਂ ਤੁਹਾਡੇ ਲਈ ਨਮੂਨੇ ਵਜੋਂ ਹਾਜ਼ਰ ਆ। ਉਹ ਦੋਵੇਂ ਤਾਂ ਆਪਾਂ ਨਹੀਂ ਪੜ੍ਹਦੇ, ਇੱਕ ਸਾਖੀ ਦੇ ਵਿੱਚੋਂ ਕੁਝ ਅੰਸ਼ ਤੁਹਾਡੇ ਨਾਲ ਪੜ੍ਹਾਂਗੇ। ਜਿਹੜੀ ਪਹਿਲੀ ਸਾਖੀ ਹੈਗੀ ਆ, ਜਿਹੜੀ ਪਹਿਲੀ ਸਾਖੀ ਆ ਉਹ ਜ਼ਿਆਦਾਤਰ ਜਿਹੜੀ ਪਹਿਲੀ ਸਾਖੀ ਹੈਗੀ ਆ ਉਹ ਲੰਗਰ ਦੀ ਮਹਿਮਾ ਦੇ ਨਾਲ ਸੰਬੰਧਿਤ ਆ, ਅਤੇ ਜਿਹੜੀ ਦੂਜੀ ਸਾਖੀ ਆ ਉਹ ਦਗਾ ਨਾ ਕਰਨ ਬਾਰੇ ਆ, ਧੋਖਾ ਨਾ ਕਰਨ ਬਾਰੇ ਆ। ਅਤੇ ਮੈਂ ਹੁਣ ਜਿਹੜੀ ਦੂਜੀ ਸਾਖੀ ਆ ਉਹਦਾ ਕੁਝ ਭਾਗ ਤੁਹਾਡੇ ਨਾਲ ਪੜ੍ਹਦਾ। ਦੂਜੇ ਤੋਂ ਭਾਵ ਇਹਦਾ ਨੰਬਰ ਤਾਂ ਇੱਥੇ 19ਵਾਂ ਹੈ, ਦੂਜੇ ਤੋਂ ਭਾਵ ਜਿਹੜੀ ਤੁਹਾਡੇ ਸਿਲੇਬਸ 'ਚ ਲੱਗੀ ਆ ਉਸ ਢੰਗ ਨਾਲ ਇਹ ਦੂਜੀ ਸਾਖੀ ਆ। ਵੈਸੇ 19ਵੀਂ ਸਾਖੀ ਆ 100 ਸਾਖੀਆਂ ਦੇ ਵਿੱਚੋਂ। ਤਾਂ ਥੋੜ੍ਹਾ ਪਹਿਲਾਂ ਸਾਖੀ ਦਾ ਪਾਠ। ਏਕ ਬਾਰ ਗੁਰੂ ਜੀ ਨੂੰ ਸਿੱਖਾਂ ਨੇ ਤੇ ਘਰ ਦੇ ਸੰਬੰਧੀਆਂ ਕਿਹਾ, ਪਹਾੜੀਏ ਸੁਲਾਹ ਕਰਦੇ ਹੈਨ ਤਾਂ ਬਚਨ ਹੋਇਆ, ਤੁਸੀਂ ਸਭ ਕਹਿੰਦੇ ਹੋ ਇਹਨਾਂ ਦਾ ਵਸਾ ਨਹੀਂ। ਭਲਾ ਦੇਖੋ ਤਾਂ ਕਿਆ ਪੰਮਿਆ, ਗੁਰੂ ਕਾ ਖਜ਼ਾਨਾ ਮਾਲਵੇ ਜਾਣ ਦੇਵੋ, ਘੇਰਾ ਚਫੇਰੇ ਥਾ बैल भर के नकासे। उन्होंने राजियाँ सौं करी थी धर्म की सुलह, हम तुम छतरी हैं। देखा जो माल 5000 लादा, भ्रामे माया नू देख कर दब ले भागे। लद बनजारे उन्ना के ही थे, लेकर देखन लागे गौना में पत्थर माटी भरे थे। गुरु क्या कह छोड़िया सी पहलों, अंतर की जानता थे। तब पहाड़िए खसाने हुए, तब बचन होया वैरू का वसा नहीं करना। खालसा वैर का बदला करेगा, सुख ए ना भोगेंगे। दगा बुरा सिखो, मार लेना पर दगा नहीं करना। गुरु पर सिद्क करके लोगों को हुआ, गुरु का कहा सच जाना पर संतोख ना हुआ। साखी पूरी हुई 19वीं, बोलो भाई जी वाहे गुरु। ਹੁਣ ਜਦੋਂ ਅਸੀਂ ਇਹ ਸਾਖੀ ਪੜ੍ਹਦੇ ਹਾਂ ਤਾਂ ਹੁਣ ਸਾਖੀਆਂ ਦਾ ਪ੍ਰਸੰਗ ਕੀ ਆ। ਸਾਖੀਆਂ ਦਾ ਪ੍ਰਸੰਗ ਸਾਖੀਕਾਰ ਨੇ ਇਹ ਦੱਸਿਆ ਕਿ ਇੱਕ ਵਾਰ ਇਹ ਕਿਹਾ ਗਿਆ ਕਿ ਗੁਰੂ ਜੀ ਕਹਿੰਦੇ ਆ ਕਿ ਵਸਾ ਨਾ ਕਰੋ, ਦੁਸ਼ਮਣ ਦਾ ਵਸਾ ਨਹੀਂ ਕਰਨਾ, ਪਹਾੜੀਆਂ ਦਾ ਵਸਾ ਨਹੀਂ ਕਰਨਾ। ਕਿਉਂ ਨਹੀਂ ਵਸਾ ਕਰਨਾ? ਹੁਣ ਉਹਦੇ ਲਈ ਇੱਕ ਫਿਰ ਵੱਖਰਾ ਪ੍ਰਸੰਗ ਛਿੜਦਾ, ਇੱਕ ਵੱਖਰੀ ਕਥਾ ਸੁਣਾਈ ਗਈ ਹੈ। ਆਪਾਂ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਪਹਾੜੀ ਰਾਜਿਆਂ ਨੇ ਵਾਰ-ਵਾਰ ਗੁਰੂ ਜੀ ਦੇ ਨਾਲ ਉਹਨਾਂ ਦੇ ਸੰਬੰਧ ਆ ਮਾ ਕੇ ਵਿਗੜਦੇ ਵੀ ਰਹੇ, ਵਿੱਚ ਚੰਗੇ ਵੀ ਰਹੇ, ਪਰ ਜ਼ਿਆਦਾ ਜਿਹੜੇ ਉਹਨਾਂ ਨੇ ਘੇਰਾ ਪਾਈ ਰੱਖਿਆ। ਅਤੇ ਉਸ ਸਮੇਂ ਦੀ ਇਹ ਗੱਲ ਹੈਗੀ ਆ ਕਿ ਕੀ ਉਹਨਾਂ ਨੇ ਕਿਹਾ ਕਿ ਪਹਾੜੀਆਂ ਦਾ ਵਸਾ ਨਹੀਂ ਕਰਨਾ। ਅਤੇ ਉਹਦੇ ਲਈ ਸਾਖੀ ਕੀ ਸੁਣਾਈ ਗਈ ਆ? ਸਾਖੀ ਉਹਦੇ ਵਿੱਚ ਇਹ ਸੁਣਾਈ ਗਈ ਆ ਕਿ ਉਹ ਪਹਾੜੀਆਂ ਨੇ ਕਿਹਾ ਕਿ ਤੁਸੀਂ ਆਪਣਾ ਮਾਲ ਖਜ਼ਾਨਾ ਜਾਂ ਜੋ ਵੀ ਜਿੱਥੇ ਲਿਜਾਣਾ ਲੈ ਜਾਓ, ਅਸੀਂ ਤੁਹਾਨੂੰ ਨਹੀਂ ਰੋਕਾਂਗੇ, ਤੁਸੀਂ ਵੀ ਖੱਤਰੀ ਅਸੀਂ ਵੀ ਖੱਤਰੀ। ਪਰ ਜਦੋਂ ਖਜ਼ਾਨਾ ਬਾਹਰ ਜਾਣ ਲੱਗਿਆ ਤਾਂ ਉਹਨਾਂ ਨੇ ਉਹ ਖਜ਼ਾਨਾ ਲੁੱਟਿਆ ਜਾਂ ਉਹਨਾਂ ਖਜ਼ਾਨੇ ਨੂੰ ਲੱਭਿਆ ਜਾਂ ਉਹ ਖਜ਼ਾਨੇ ਨੂੰ ਖੋਲ੍ਹ ਕੇ ਵੇਖਣ ਲੱਗੇ, ਕਿਉਂਕਿ ਜਿਹੜੇ ਲੱਦਾ ਕਰਨ ਵਾਲੇ ਸੀ, ਭਾਵ ਜਿਹੜੇ ਉਹ ਢੋਣ ਵਾਲੇ ਸੀਗੇ, ਉਹ ਵੀ ਵਣਜਾਰੇ ਸੀਗੇ ਅਤੇ ਪਹਾੜੀਆਂ ਦੇ ਹੀ ਵਣਜਾਰੇ ਸੀਗੇ। ਅਤੇ ਉਹਨਾਂ ਨੇ ਉਹ ਖੋਲ੍ਹਿਆ ਤਾਂ ਉਹਦੇ ਵਿੱਚ ਮਿੱਟੀ ਅਤੇ ਇੱਟਾਂ ਭਰੇ ਹੋਏ ਸੀ। ਕਿਉਂ ਮਿੱਟੀ ਅਤੇ ਇੱਟਾਂ ਭਰੇ ਸੀਗੇ? ਸਾਖੀਕਾਰ ਦੱਸਦਾ ਹੈ ਕਿਉਂਕਿ ਜਿਹੜੇ ਗੁਰੂ ਆ ਜਾਣੀ ਜਾਣ ਸੀ, ਉਹਨਾਂ ਨੂੰ ਪਤਾ ਸੀ ਕਿ ਇਹ ਖਜ਼ਾਨਾ ਹੋਇਆ ਤਾਂ ਉਹਨੂੰ ਜ਼ਰੂਰ ਲੁੱਟਣਗੇ। ਹੁਣ ਅਗਲੀ ਜਿਹੜੀ ਗੱਲ ਹੈਗੀ ਹੈ ਕਿ ਵਸਾ ਨਹੀਂ ਕਰਨਾ, ਨਾਲ ਹੀ ਕਿਹਾ ਗਿਆ ਪਰ ਸਿੱਖੋ, ਮਾਰ ਦੇਣਾ ਪਰ ਦਗਾ ਨਹੀਂ ਕਰਨਾ। ਉੱਥੇ ਆ ਕਿ ਧੋਖੇ ਨੂੰ ਕਤਲ ਤੋਂ ਵੀ ਵੱਡੀ ਗੱਲ ਗੁਰੂ ਸਾਹਿਬ ਦੇ ਮੂੰਹੋਂ ਖਵਾਈ ਹੈ ਕਿ ਕਤਲ ਕੀਤਾ ਜਾ ਸਕਦਾ, ਮਾਰਿਆ ਜਾ ਸਕਦਾ, ਪਰ ਦਗਾ ਨਹੀਂ ਕਰਨਾ ਗਾ, ਵਸਾਘਾਤ ਨਹੀਂ ਕਰਨਾ ਗਾ। ਤਾਂ ਇਹ ਸਾਖੀ ਸਿੱਖਾਂ ਅੰਦਰ ਉੱਚ ਆਚਰਣ ਦ੍ਰਿੜਾਉਂਦੀ ਆ ਕਿ ਜਿਹੜਾ ਤੁਹਾਡਾ ਦੁਸ਼ਮਣ ਆ ਉਹਦੇ ਨਾਲ ਮੈਦਾਨ ਵਿੱਚ ਲੜਾਈ ਤਾਂ ਕੀਤੀ ਜਾ ਸਕਦੀ ਆ, ਪਰ ਉਹਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਇੱਕ ਤਰ੍ਹਾਂ ਦਾ ਮੱਧਕਾਲੀ ਜਿਹੜਾ ਉੱਚ ਕੋਟੀ ਦਾ ਮਨੁੱਖੀ ਵਿਵਹਾਰ ਆ, ਇਹ ਸਾਖੀ ਉਸ ਨੂੰ ਸਥਾਪਿਤ ਕਰਦੀ ਹੈਗੀ ਹੈ। ਇਸੇ ਤਰ੍ਹਾਂ ਹੁਣ ਸਾਖੀ ਦੇ ਬਾਰੇ ਤੁਸੀਂ ਦੂਜੀ ਸਾਖੀ ਜਿਹੜੀ 18ਵੀਂ ਸਾਖੀ ਉਹ ਖੁਦ ਪੜ੍ਹ ਲਿਆ ਜੋ। ਮੈਂ ਹੁਣ ਅੱਗੇ ਚੱਲਦਾ ਹੈਗਾ ਕਿ ਜਿਹੜੇ ਬਚਨ ਆ ਸਾਈਂ ਲੋਕਾਂ ਦੇ, ਜਿਹੜੇ ਬਚਨ ਆ ਸਾਈਂ ਲੋਕਾਂ ਦੇ, ਇਸ ਦੇ ਵਿੱਚ ਪਹਿਲਾਂ ਬਚਨ ਨੇ, ਇਹਦੇ ਵਿੱਚ 5 ਬਚਨ ਨੇ। ਤਾਂ ਬਚਨ ਸਾਹਿਬ ਦੇ ਬਾਰੇ ਆਪਾਂ ਜਾਣਦੇ ਹਾਂ ਕਿ ਬਚਨ ਕੀ, ਬਚਨ ਹੋਇਆ ਜਾਂ ਵਚਨ ਹੋਇਆ। ਬੱਬਾ ਜਿਹੜਾ ਵਾਹ ਵਿੱਚ ਬਦਲ ਜਾਂਦਾ, ਵਾਹਵਾ ਜਿਹੜਾ ਬੱਬੇ ਵਿੱਚ ਬਦਲ ਜਾਂਦਾ।
ਪੰਜਾਬੀ ਦੀਆਂ ਬਹੁਤ ਸਾਰੀਆਂ ਉਪਭਾਸ਼ਾਵਾਂ ਦੇ ਵਿੱਚ ਵਚਨ ਜਾਂ ਬਾਣੀ ਜਿਹੜੀ ਮੁੱਖੋਂ ਗੱਲ ਕਹੀ ਹੈ। ਅਤੇ ਇਹ ਗੱਲਾਂ ਕਿਹਨੇ ਕਹੀਆਂ? ਇਹ ਗੱਲਾਂ ਕਿਹਾ ਜਾਂਦਾ ਕਿ ਇਹ ਸੇਵਾ ਪੰਥੀ ਜਿਹੜੇ ਸਾਧੂ ਸੀਗੇ ਸਹਿਜ ਰਾਮ, ਇਹ ਉਹਨਾਂ ਨੇ ਕਿਹਾ, ਉਹਨਾਂ ਦੀ ਇਹ ਹੈਗੀ ਆ ਗੱਲ। ਅਤੇ ਅੱਗੇ ਇਹ ਕਿਹਾ ਜਾਂਦਾ ਕਿ ਪੋਥੀ ਆਸਾਵਰੀ ਦੇ ਵਿੱਚੋਂ ਲਈ ਗਈ ਆ, ਪਰ ਜਿਹੜਾ ਸਿਲੇਬਸ ਦੇ ਵਿੱਚ ਤੁਹਾਡੇ ਪੋਰਸ਼ਨ ਲਾਇਆ ਇਹ ਪਿਆਰਾ ਸਿੰਘ ਪਦਮ ਦਾ ਹੀ ਸੰਪਾਦਿਤ ਕੀਤੀ ਹੈਗੀ ਆ, ਸੰਤ ਬਚਨਾਵਲੀ, ਉਹਦੇ ਵਿੱਚੋਂ ਇਹ ਲਈ ਗਈ ਹੈਗੀ ਆ। ਅਤੇ ਜਦੋਂ ਅਸੀਂ ਇਹਨਾਂ ਬਚਨਾਂ ਨੂੰ ਪੜ੍ਹਦੇ ਹਾਂ ਤਾਂ ਇਹਨਾਂ ਬਚਨਾਂ ਦੇ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਸਮੇਂ ਦੀ ਵਾਰਤਕ ਕਿਸ ਕਿਸਮ ਦੀ ਸੀ ਅਤੇ ਉਸ ਸਮੇਂ ਦੇ ਜਿਹੜੇ ਲੋਕ ਆ ਉਹਨਾਂ ਦਾ ਸੋਚਣ ਦਾ ਢੰਗ ਕੀ ਸੀਗਾ। ਕਿਹਾ ਜਾਂਦਾ ਕਿ ਜਿਹੜੀ ਸਾਖੀ ਆ ਇਹ ਹਰਦਿਆਲ ਭਗਤ ਦੇ ਹੱਥ ਦੀ ਲਿਖਤ ਆ। ਗੱਲਾਂ ਜਿਹੜੀਆਂ ਇਹ ਸੇਵਾ ਪੰਥੀ ਸਾਧੂ ਜਿਹੜੀ ਸਹਿਜ ਰਾਮ ਨੇ ਇਹ ਕਹੀਆਂ ਸੀਗੀਆਂ। ਅਤੇ ਅੱਗੇ ਕਿਵੇਂ ਹੈਗੀ ਆ ਉਦੋਂ ਦੇ ਜਿਹੜੇ ਬਚਨ ਵੀ ਆ, ਜਿਹੜੀ ਵਾਰਤਕ ਵਿੱਚ ਗੱਲ ਕੀਤੀ ਜਾਂਦੀ ਸੀ ਉਹ ਵੀ ਤੁਲਨਾ ਦੇ ਨਾਲ ਕੀਤੀ ਜਾਂਦੀ ਸੀ। ਜਿਵੇਂ ਕਵਿਤਾ ਦੇ ਵਿੱਚ ਤੁਲਨਾ ਕੀਤੀ ਜਾਂਦੀ ਹੈ, ਇੱਕ ਵੱਡਾ ਰੂਪਕ ਸਿਰਜਿਆ ਜਾਂਦਾ ਸੀਗਾ। ਅਤੇ ਇਹਦੇ ਵਿੱਚ ਭਜਨ ਦੀ ਜਿਹੜੀ ਤੁਲਨਾ ਕੀਤੀ ਗਈ ਆ ਉਹ ਕਿਸ ਤਰ੍ਹਾਂ ਹੈ, ਮੈਂ ਥੋੜ੍ਹਾ ਜਿਹਾ ਤੁਹਾਨੂੰ ਪੜ੍ਹ ਕੇ ਇਹਦੇ ਵਿੱਚ ਸੁਣਾਉਣਾ। ਇਹਦੇ ਵਿੱਚੋਂ ਆਪਾਂ ਸਾਖੀ ਪੜ੍ਹਦੇ ਹਾਂ। असंख्य जीव माया की निंद्रा में सूते पड़े हैं। ਹੁਣ ਥੋੜ੍ਹਾ ਜਿਹਾ ਭਾਸ਼ਾ 'ਤੇ ਜ਼ੋਰ ਦਿਓ। असंख्य जीव, असंख्य ਜਿਵੇਂ ਬਹੁਤ ਸਾਰੇ, ਸੰਖ ਤੋਂ ਭਾਵ ਇੱਥੇ ਅਸੰਖ ਆ ਜਿਹੜਾ ਸੰਖਿਆਵਾਚਕ ਹੈਗਾ ਸ਼ਬਦ, ਬਹੁਤ ਜ਼ਿਆਦਾ, ਜਿਵੇਂ ਲੱਖ ਕਰੋੜ ਸੰਖ। असंख्य जीव माया की निद्रा, ਅਤੇ ਉਸ ਸਮੇਂ ਦਾ ਜਿਹੜਾ ਸੰਕਲਪ ਹੈਗਾ ਕਿ ਮਾਇਆ, ਕਿ ਬੰਦਾ ਜਿਹੜਾ ਉਹ ਮਾਇਆ ਜਿਹੜੀ ਉਹਦੀ ਅੱਖਾਂ ਅੱਗੇ ਪਰਦਾ ਪੈ ਜਾਂਦਾ। ਮਾਇਆ ਕੀ ਨਿੰਦਰਾ ਮੇ ਸੂਤੇ, ਹੁਣ ਇਹ ਸੁੱਤਿਆਂ ਦੇ ਲਈ ਸੂਤੇ, ਇਹ ਉਸ ਸਮੇਂ ਦੀ ਸਾਧ ਭਾਸ਼ਾ ਹੈ। ਸੂਤੇ ਪੜੇ ਹੈ, ਕੋਈ ਵਿਰਲਾ ਪੁਰਖ ਇਸ ਨਿੰਦਰਾ 'ਤੇ ਜਾਗਿਆ ਹੈ। ਕੋਈ ਵਿਰਲਾ ਪੁਰਖ ਭਾਈ ਕੋਈ ਵਿਅਕਤੀ ਹੈ ਜਿਹੜਾ ਇਸ ਨਿੰਦਰਾ 'ਤੇ ਜਾਗਿਆ, ਨੀਂਦ ਤੋਂ ਜਾਗਿਆ। ਜੋ ਜਾਗਿਆ ਹੈ ਤਿਨ ਕੇ ਹਿਰਦੇ ਮੇ ਪਰਮੇਸ਼ਰ ਕੇ ਭਜਨ ਰੂਪ ਖੇਤ ਜੰਮਿਆ। ਜਿਹੜਾ ਜਾਗਿਆ ਉਹਦੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਕੀ ਆ ਜਾਂਦਾ? ਪਰਮੇਸ਼ਰ ਦਾ ਭਜਨ ਆ ਜਾਂਦਾ, ਰੱਬ ਦਾ ਭਜਨ ਆ ਜਾਂਦਾ। ਤਿਸ ਭਜਨ ਰੂਪੀ ਖੇਤ ਕਾ ਪਰਮੇਸ਼ਰ ਕਾ ਦਰਸ਼ਨ ਹੈ। ਭਜਨ ਰੂਪੀ ਖੇਤ ਉੱਪਰ ਰਾਖੀ ਭਲੀ ਪ੍ਰਕਾਰ ਚਾਹੀਦੀ ਹੈ। ਹੁਣ ਕਹਿੰਦਾ ਕਿ ਜਿਹੜਾ ਜਾਗਿਆ ਪੁਰਸ਼ ਆ ਉਹਦੇ ਹਿਰਦੇ ਦੇ ਵਿੱਚ ਖੇਤੀ ਤਾਂ ਹੋਊਗੀ, ਪਰ ਕਾਹਦੀ ਖੇਤੀ ਹੋਊਗੀ? ਭਜਨ ਦੀ। ਭਜਦੀ ਕਾਹਦੀ? ਭਜਨ ਦੀ ਖੇਤੀ। ਕਿਹਦੀ? ਨਾਮ ਦੀ ਖੇਤੀ, ਰੱਬ ਦੇ ਨਾਂ ਦੀ ਖੇਤੀ। ਪਰ ਭਜਨ रूपी खेत पर राखी तो उन करनी है, जैसे अनाज के खेती पर राखी करते हैं, जो पशु ना खाव जाएं, सख्ते ना वढ़ के ले जावें, पंखी ना चुक जाएं, सूकर ना ऊखे डार, हरण ना खाए जावें, सो ऐसे ही भजन के खेत का नाश भी करते बहुत हैं। हुण खेती आ जिहड़ी उहनूं कौन खांदा? पशु खा जाते आ, जोरावर जां तकड़े वढ़ के लै जाते आ, पंछी चुग जाते आ, हरण खा जाते आ। ਉਹ ਕਹਿੰਦਾ ਆਈ ਜਿਵੇਂ ਖੇਤ ਦਾ ਨਾਸ ਹੋ ਜਾਂਦਾ ਇਸੇ ਤਰ੍ਹਾਂ ਹੀ ਉਹ ਕਹਿੰਦਾ ਕਿ ਭਾਈ ਭਜਨ ਦਾ ਵੀ ਨਾਸ ਹੋ ਜਾਂਦਾ। ਭਜਨ ਦਾ ਨਾਸ ਕੌਣ ਕਰਦਾ? ਭੋਗੋ ਰੂਪੀ ਪਸ਼ੂਆਂ 'ਤੇ ਰਾਖਿਆ ਚਾਹੀਦਾ ਕਿ ਜਿਹੜਾ ਭੋਗ ਵਿਲਾਸ ਦੀ ਰੁਚੀ ਆ ਉਹਦਾ ਜਿਹੜਾ ਪਸ਼ੂ ਆ ਉਹਦੇ ਤੋਂ ਰੱਖਿਆ ਚਾਹੀਦੀ ਆ। ਅਹੰਕਾਰ ਰੂਪੀ ਸਕਤੇ 'ਤੇ ਵੀ ਰੱਖਿਆ ਚਾਹੀਦੀ ਆ। ਹੰਕਾਰ ਆ ਜਿਹੜਾ ਉਹ ਤਕੜਾ, ਜਿਵੇਂ ਕਣਕ ਵੱਢ ਕੇ ਲੈ ਜਾਂਦਾ ਜਾਂ ਕਿਸੇ ਦੀ ਪੱਠੇ ਵੱਢ ਕੇ ਲੈ ਜਾਂਦਾ, ਇਸੇ ਤਰ੍ਹਾਂ ਹੀ ਜਿਹੜਾ ਸਖਤ ਹੈ ਉਹ ਵੀ ਵੱਢ ਜਾਂਦਾ। ਸੰਕਲਪ ਰੂਪੀ ਪੱਖਿਆਂ 'ਤੇ, ਪੰਖੀਆਂ 'ਤੇ ਰੱਖਿਆ ਚਾਹੀਦੀ ਆ। ਦੰਭ ਰੂਪੀ ਸੂਕਰ 'ਤੇ ਰੱਖਿਆ ਚਾਹੀਦੀ ਆ। ਹੁਣ ਜਦੋਂ ਅਸੀਂ ਵੇਖਦੇ ਹਾਂ ਕਿ ਅਸਲ ਦੇ ਵਿੱਚ ਸਾਡਾ ਸਾਖੀਕਾਰ ਕੀ ਕਰਦਾ, ਬਚਨ ਜਿਹੜਾ ਉਹਨੇ ਲਿਖੇ ਆ, ਬਚਨਾਂ ਦੇ ਵਿੱਚ ਉਹ ਕੀ ਕਰਦਾ, ਬਚਨ ਕਿਵੇਂ ਦਰਸਾਉਂਦਾ, ਤਾਂ ਉਹਦੇ ਲਈ ਮੱਧਕਾਲ ਦੀ ਇਹ ਇੱਕ ਵਾਰਤਕ ਰਚਨ ਦੀ ਇੱਕ ਵਿਧੀ ਆ ਕਿ ਪਹਿਲਾਂ ਤੁਸੀਂ ਇੱਕ ਰੂਪਕ ਚੁਣਦੇ ਆ ਅਤੇ ਫਿਰ ਸਾਰੀ ਗੱਲ ਉਸ ਰੂਪਕ ਦੇ ਆਲੇ ਦੁਆਲੇ ਤੁਸੀਂ ਟਿਕਾਉਣੇ ਆ। ਅਤੇ ਇਸ ਦੇ ਵਿੱਚ ਵੀ ਉਹ ਰੂਪਕ ਦੇ ਆਲੇ ਦੁਆਲੇ ਹੀ ਸਾਰੀ ਗੱਲ ਟਿਕਾਈ ਗਈ ਆ। ਉਹਨੇ ਬਚਨ ਕਰਨ ਵਾਲੇ ਨੇ ਜਿਹੜੇ ਮਨ ਦੀ ਜਿਹੜੀ ਖੇਤੀ ਆ ਉਹਨੂੰ ਭਜਨ ਕਿਹਾ। ਅਤੇ ਜਿਵੇਂ ਖੇਤੀ ਤੋਂ ਬਚਾਉਣ ਦੇ ਨੁਕਤੇ ਦੱਸੇ ਆ ਕਿ ਖੇਤੀ ਨੂੰ ਜਿਵੇਂ ਪਸ਼ੂ ਖਾ ਜਾਂਦੇ ਆ, ਪੰਖੀ ਖਾ ਜਾਂਦੇ, ਪੰਛੀ ਖਾ ਜਾਂਦੇ ਭਾਵ, ਜਾਂ ਜਿਵੇਂ ਉਹ ਉਸੇ ਤਰ੍ਹਾਂ ਹੀ ਅਹੰਕਾਰ ਹੋ ਗਿਆ, ਭੋਗ ਵਿਲਾਸ ਦੀਆਂ ਰੁਚੀਆਂ ਹੋ ਗਈਆਂ, ਇਹ ਭਜਨ ਨੂੰ, ਨਾਮ ਨੂੰ, ਮਨ ਦੇ ਵਿੱਚ ਰੱਬ ਦੇ ਨਾਮ ਵਸਾਉਣ ਨੂੰ, ਭਜਨ ਨੂੰ ਖਾ ਜਾਂਦੀਆਂ। ਹੁਣ ਇਹ ਜਿਹੜੀ ਵਿਧੀ ਆ ਬਚਨਾਂ ਦੀ ਵਿਧੀ ਆ, ਇਹਦੇ ਨਾਲ ਕਿਹਾ ਜਾ ਸਕਦਾ ਹੈ ਕਿ ਜਿਹੜਾ ਬਚਨ ਕਰਨ ਵਾਲਾ ਹੈ
ਉਹ ਆਪਦੀ ਜਿਹੜੀ ਸੰਗਤ ਆ, ਆਪਦੇ ਜਿਹੜੇ ਸ਼ਰਧਾਲੂ ਆ, ਉਹਨੂੰ ਰੱਬ ਨਾਲ ਜੋੜਨਾ ਚਾਹੁੰਦਾ ਹੈਗਾ। ਤਾਂ ਇਹ ਤੁਹਾਡੇ ਨਾਲ ਇੱਕ ਤਰ੍ਹਾਂ ਦੀ ਗੱਲ ਸਾਂਝੀ ਕੀਤੀ ਸੀਗੀ। ਹੁਣ ਇਹਦੇ ਵਿੱਚ ਵਚਨ ਤਾਂ 5 ਨੇ, ਪਰ ਬਾਕੀ ਵਚਨ ਤੁਸੀਂ ਆਪ ਪੜ੍ਹ ਲਿਆ ਜੋ। ਹੁਣ ਆਪਾਂ ਆਉਣੇ ਆ ਪਰਚੀਆਂ ਵੱਲ। ਅਤੇ ਪਰਚੀ ਭਾਈ ਸੇਵਾਦਾਸ ਅਦਾਸੀ ਦੀ, ਅਦਾਸੀ ਸੰਪਰਦਾਇ ਦਾ ਜਿਹੜਾ ਪਰਚੀ ਭਾਈ ਸੇਵਾਦਾਸ ਆ, ਇਹ 18ਵੀਂ ਸਦੀ ਦੇ ਕੋਈ ਦੂਜੀ ਚੌਥਾਈ ਦੀ ਗੱਲ ਲੱਗ ਰਹੀ ਆ ਕਿ ਉਸ ਸਮੇਂ ਰਚਨਾ ਰਚੀ ਗਈ ਹੋਊਗੀ। ਇਹਦੇ ਵਿੱਚ ਜਿਹੜੀ ਸਾਖੀ ਹੈਗੀ ਆ, ਉਹ ਸਾਖੀ ਨਾਵੇਂ ਮਹਿਲ ਦੀ, ਯਾਨੀ 9ਵੇਂ ਪਾਤਸ਼ਾਹ ਕਿਵੇਂ ਪ੍ਰਗਟ ਹੋਏ ਉਹਦੇ ਬਾਰੇ ਆ। ਤਾਂ ਅੱਜ ਆਪਾਂ ਇਹ ਸਾਖੀ ਤੁਸੀਂ ਆਪ ਪੜ੍ਹ ਲਿਆ ਜੋ, ਮੈਂ ਇੱਥੇ ਸਾਖੀ ਨਹੀਂ ਪੜ੍ਹਾਂਗਾ। ਮੈਂ ਸਿਰਫ ਸਾਖੀ ਦੇ ਵਿੱਚ ਸਾਰ ਦੱਸਦਾ ਹੈ ਕਿ ਉਹ ਸਾਖੀ ਦੇ ਵਿੱਚ ਇਹ ਇੱਕ ਆਮ ਗੱਲ ਕਹੀ ਜਾਂਦੀ ਆ ਕਿ ਜਦੋਂ 8ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਅਗਲਾ ਗੁਰੂ ਕੌਣ ਹੋਵੇਗਾ, ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਗੁਰੂ ਆ ਬਾਬੇ ਬਕਾਲੇ। ਅਤੇ ਬਾਬਾ ਬਕਾਲੇ ਫਿਰ ਕਿਹਾ ਜਾਂਦਾ ਹੈ ਕਿ ਜਿੰਨੇ ਸੋਢੀ ਸੀਗੇ, ਗੱਦੀ ਦੇ ਦਾਅਵੇਦਾਰ ਸੋਢੀ ਸੀ, ਉਹ ਸਾਰਿਆਂ ਦੇ ਸਾਰਿਆਂ ਨੇ ਉੱਥੇ ਡੇਰੇ ਜਮਾ ਲਏ, ਮੰਜੀਆਂ ਥਾਪ ਲਈਆਂ ਕਿ ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ। ਤਾਂ ਉੱਥੇ ਸਾਡੇ ਕੋਲ ਇੱਕ ਵੱਡੀ ਸਾਖੀ ਆਉਂਦੀ ਹੈ, ਜਿਹੜੀ ਮੱਖਣ ਸ਼ਾਹ ਲਵਾਣੇ ਦੀ ਸਾਖੀ ਹੈਗੀ ਆ ਕਿ ਮੱਖਣ ਸ਼ਾਹ ਲਵਾਣੇ ਦੇ ਉਹਦਾ ਜਹਾਜ਼ ਡੁੱਬਦਾ ਸੀ। ਉਹਨੇ ਸੁੱਖਣਾ ਸੁੱਖੀ ਕਿ ਜੇ ਮੈਨੂੰ ਗੁਰੂ ਜੀ ਪਾਰ ਲਗਾ ਦੇਣ ਤਾਂ ਮੈਂ ਉੱਥੇ 500 ਮੋਹਰਾਂ ਦਾਨ ਕਰਾਂਗਾ। ਉਹ ਸਾਖੀ ਤੁਹਾਨੂੰ ਪਹਿਲਾਂ ਪਤਾ ਹੈਗੀ। ਹੁਣ ਇਹ ਸਾਖੀ ਦੇ ਉਦੋਂ ਵੀ ਪਹਿਲਾਂ ਹੈਗੀ ਹੈ ਕਿ ਮੱਖਣ ਸ਼ਾਹ ਲਵਾਣੇ ਦੇ ਗੁਰੂ ਲਾਧੋਰੇ ਆਚਰਨ ਤੋਂ ਪਹਿਲਾਂ, ਭਾਵ ਉਹਨਾਂ ਦੇ ਗੁਰੂ ਲੱਭਣ ਤੋਂ ਪਹਿਲਾਂ, ਗੁਰੂ ਦੀ ਪਛਾਣ ਕਰਨ ਤੋਂ ਵੀ ਪਹਿਲਾਂ ਇਹ ਘਟਨਾ ਵਾਪਰਦੀ ਆ। ਤਾਂ ਉਹ ਘਟਨਾ ਵੀ ਇਸ ਸਾਖੀ ਦੇ ਵਿੱਚ ਦਰਜ ਹੈਗੀ ਆ। ਉਹ ਇਹ ਹੈ ਕਿ ਵੀ ਜਦੋਂ 8ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਕਿ ਸੰਗਤ ਦੇ ਮਨ ਵਿੱਚ ਆਇਆ ਕਿ ਹੁਣ ਗੁਰੂ ਕੌਣ ਹੋਵੇਗਾ, ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜਾਂ ਉਹਨਾਂ ਨੇ ਪੋਥੀ ਖੋਲ੍ਹੀ ਜਾਂ ਗੁਰੂ ਗ੍ਰੰਥ ਸਾਹਿਬ ਖੋਲ੍ਹਿਆ, ਤਾਂ ਉਹਦੇ ਵਿੱਚੋਂ ਵਾਕ ਲਿਆ ਗਿਆ ਜਾਂ ਉਹਦੇ ਵਿੱਚੋਂ ਸ਼ਬਦ ਨਿਕਲਿਆ, ਅਤੇ ਉਹਦੇ ਵਿੱਚੋਂ ਸ਼ਬਦ ਤੇਗ ਨਿਕਲਿਆ ਜਾਂ ਤੇਗਾ ਨਿਕਲਿਆ। ਅਤੇ ਉਹ ਸਾਖੀ ਹੈ ਜਿਹੜੀ, ਉਹਦਾ ਕੁਛ ਪੋਰਸ਼ਨ ਹੈ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, ਤਾਂ ਕਿ ਅਸੀਂ ਇਹ ਜਾਣ ਸਕੀਏ ਕਿ ਇਹ ਜਿਹੜੀ ਪਰਚੀਆਂ ਇਹਨਾਂ ਵਿੱਚ ਕੀ ਕੁਝ ਦਰਜ ਹੈਗਾ। जब 8वें महल गुरु हरकृष्ण राय बचन किया जो बाबे बकाले, तब केते सोढ़ी बकाले मंजियां लाए बैठे। 16 मंजियां होईयां। हुण ये 22 की गल नहीं कर रहा, ये जिहड़ा साखी कर रहा 16 की गल कर रहा। वो कहे मैं गुरु हाँ, वो कहे मैं गुरु हाँ। गुरु तेग बहादुर जी भी उहाँ ही थे, पर छपे रहते थे, यानी छुपे रहते थे, किसी सामने नहीं होते। उनको कोई ना जानता था, उनको कोई ना जानता था। तब जो भले गुरु सिखां दे मन सिख थे, उनका मन उन मंजियां वालियां सो ना मान्या। उन्होंने ये किया जो पिछली रात स्नान किया, जपजी पढ़ के एक मन निरंकार अगे अरदास करके ग्रंथ जी काढ़िया। ग्रंथ जी 100 गुरु का नाम पूछया, तब ग्रंथ जी गुरु जी का नाम तेग कह दिया। फिर संगत माता नानकी पास आई। माता नानकी को संगत कह सुनाया जो ग्रंथ जी 100 सतगुरु जी का नाम पीछा आए हो। ग्रंथ जी गुरु जी का नाम तेगा कह दिया। कोई सोढ़ी तुम्हारे कुल बिखे तेगा भी है? तो माता नानकी कहा तेगा तो मेरा बेटा है, पर वो तो मस्ताने तौर रहता है, अंधेरी कोठड़ी में पड़ा हुआ है, कबू रोटी लेता है कबू नहीं लेता, ना वस्त्र की सुरत रखता है ना नखवाल की सुरत रखता है, ना हम स्यों कबू मिल बैठता है, ना भली बुरी बात करता है। तो फिर संगत क्या माता जियाँ तेरियाँ बातों सो पहचान लिया है जो वही गुरु है जिसको किसी बात की अबलाखा नहीं, अरब सर्ब पर संतोख मूर्त है। हुण ये जिहड़ी साखी है ये दर्शाउंदी आ। हुण ये साखी एक गल वल ध्यान दिवाउंदी आ कि गुरु तेग बहादुर जी नूं गुरु वजों पछाणन दा जिहड़ा कारज आ, इस साखी अनुसार मक्खण शाह लबाणा तो पहलां ही सिखां ने खुद भी कर लिया सी। तो उहदे लई इह साखी है जिहड़ी ओह दसदी हैगी आ कि किवें सिखां ने जपजी साहब पढ़िया, फिर ग्रंथ साहब खोलिया, फिर आदि ग्रंथ दी ही गल होवेगी। इत्थे तक सिर्फ ग्रंथ लिखिया कि ग्रंथ खोलिया, ਉਹਦੇ ਵਿੱਚੋਂ ਤੇਗਾ ਨਾਂ ਆਇਆ। ਤਾਂ ਮਾਤਾ ਜੀ ਨੂੰ ਪੁੱਛਿਆ ਕਿ ਤੁਹਾਡੇ ਸੋਢੀ ਕੁੱਲ ਵਿੱਚ, ਸੋਢੀ ਪਰਿਵਾਰ ਸੀਗਾ ਕਿ ਸੋਢੀ ਕੁੱਲ ਵਿੱਚ ਕੋਈ ਤੇਗਾ ਨਾਂ ਦਾ ਵਿਅਕਤੀ ਹੈ? ਤਾਂ ਉਹਨਾਂ ਨੇ ਕਿਹਾ ਤੂੰ ਤਾਂ ਮੇਰਾ ਪੁੱਤਰ ਆ। ਮਾਤਾ ਨਾਨਕੀ ਨੇ ਕਿਹਾ, ਮਾਤਾ ਨਾਨਕੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਜੀ। ਤਾਂ ਉਹਨਾਂ ਨੇ ਕਿਹਾ ਕਿ ਅੱਛਾ।
ਫਿਰ ਉਹਨਾਂ ਨੇ ਕਿਹਾ ਕਿ ਉਹ ਤਾਂ ਭਗਤੀ ਕਰਦਾ ਰਹਿੰਦਾ, ਉਹ ਰੋਟੀ ਨਹੀਂ ਖਾਂਦਾ, ਉਹ ਇਸ ਤਰ੍ਹਾਂ ਦਾ ਉਹਨਾਂ ਦਾ ਵਿਵਹਾਰ ਹੈਗਾ, ਉਹ ਵਸਤਰ ਨਹੀਂ ਉਸ ਤਰ੍ਹਾਂ ਦੇ ਪਹਿਨਦਾ। ਇਸ ਤੋਂ ਭਾਵ ਇਹ ਕਿ ਉਹ ਸਬਰ ਸੰਤੋਖੀ ਸਵੈ ਵਿੱਚ ਲੀਨ ਰਹਿਣ ਵਾਲੇ ਖੋਜੀ ਪੁਰਖ ਨੇ। ਤਾਂ ਇਹ ਜਿਹੜੀ ਸਾਖੀ ਹੈਗੀ ਆ, ਇਹ ਜਾਂ ਇਹ ਜਿਹੜੀ ਪਰਚੀ ਆ, ਇਹ ਸਾਨੂੰ ਦੱਸਦੀ ਆ। ਪਰਚੀ ਇੱਕ ਵਾਰੀ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਪਰਚੀ ਦਾ ਅਰਥ ਪ੍ਰੀਚੈ। ਤਾਂ ਇਹ ਜਿਹੜਾ ਸਾਖੀਕਾਰ ਆ ਜਾਂ ਜਿਹੜਾ ਪਰਚੀਕਾਰ ਆ, ਉਹ ਪਰਚੀ ਦੇ ਰਾਹੀਂ ਨੌਵੇਂ ਜਿਹੜੇ ਗੁਰੂ ਸਾਹਿਬ ਆ ਉਹਨਾਂ ਦੀ ਪਛਾਣ ਆ ਜਿਹੜੀ ਉਹ ਦੱਸਦਾ ਹੈਗਾ ਕਿ ਉਹ ਤਾਂ ਪਹਿਲਾਂ ਹੀ ਸਥਾਪਿਤ ਹੋ ਗਏ ਸੀਗੇ। ਤੋ ਇਹ ਤੁਸੀਂ ਖੁਦ ਸਾਖੀ ਨੂੰ ਪੜ੍ਹਨਾ ਵੀ, ਅੱਗੇ ਵੀ ਜਾਣਨਾ। ਅਤੇ ਮੈਂ ਥੋੜ੍ਹੀ ਜਿਹੀ ਗੱਲ ਹੁਣ ਤੁਹਾਡੇ ਨਾਲ ਅੱਗੇ ਕਰਦਾ ਹੈਗਾ। ਅੱਗਾ ਹੈਗਾ ਅਨੁਵਾਦ। ਦੇਖੋ ਗੱਲ ਇਹ ਹੈਗੀ ਆ ਕਿ ਮੱਧ ਕਾਲ ਦੇ ਵਿੱਚ ਜਿੱਥੇ ਮੌਲਿਕ ਰਚਨਾਵਾਂ ਕੀਤੀਆਂ ਗਈਆਂ ਉੱਥੇ ਅਨੁਵਾਦ ਵੀ ਕੀਤਾ ਗਿਆ। ਅਨੁਵਾਦ ਬਹੁਤਾ ਤਾਂ ਨਹੀਂ ਹੋਇਆ, ਪਰ ਜਿਹੜਾ ਅਨੁਵਾਦ ਹੋਇਆ ਬੜਾ ਮਹੱਤਵਪੂਰਨ ਅਨੁਵਾਦ ਹੋਇਆ। ਅਨੁਵਾਦ ਕਰਨ ਲਈ ਸਾਡੇ ਕੋਲ ਦੋ ਸੀਗੇ ਰੂਪ ਕਿ ਜਾਂ ਤਾਂ ਅਸੀਂ ਅਨੁਵਾਦ ਕਰਦੇ ਸੰਸਕ੍ਰਿਤ ਤੋਂ, ਉਹ ਵੀ ਅਸੀਂ ਕੀਤਾ ਅਨੁਵਾਦ, ਜਿਵੇਂ ਸਿੰਘਾਸਨ ਬਤੀਸੀ ਦਾ ਅਨੁਵਾਦ ਹੋਇਆ, ਅਤੇ ਜਾਂ ਫਿਰ ਅਨੁਵਾਦ ਸੀਗਾ ਕਿ ਅਸੀਂ ਫਾਰਸੀ ਤੋਂ, ਜਾਂ ਕਿਹਾ ਜਾ ਸਕਦਾ ਹੈ ਕਿ ਅਰਬੀ ਸਾਮੀ ਫਾਰਸੀ ਸਰੋਤਾਂ ਦਾ ਅਨੁਵਾਦ ਕਰੀਏ, ਉਹਨਾਂ ਦੀਆਂ ਰਚਨਾਵਾਂ ਦਾ ਅਨੁਵਾਦ ਕਰੀਏ। ਅਤੇ ਜਿਹੜਾ ਸਾਡੇ ਕੋਲ ਹੁਣ ਅਨੁਵਾਦ ਦੀ ਮੈਂ ਅੱਜ ਗੱਲ ਕਰ ਰਿਹਾ ਹੈਗਾ, ਇਹ ਅਨੁਵਾਦ ਜਿਹੜੇ ਹੈਗਾ ਪਾਰਸ ਭਾਗ ਦੇ ਨਾਂ ਥੱਲੇ ਇਹ ਅਨੁਵਾਦ ਪ੍ਰਾਪਤ ਆ। ਪਾਰਸ ਭਾਗ। ਅਤੇ ਇਹ ਅਨੁਵਾਦ ਕਿਹਨਾਂ ਨੇ ਕੀਤਾ? ਸੇਵਾ ਪੰਥੀ ਸਾਧੂਆਂ ਨੇ ਕੀਤਾ। ਭਾਈ ਗਾੜੂ ਜੀ ਦਾ ਅਨੁਵਾਦ ਇਹ ਮੰਨਿਆ ਜਾਂਦਾ ਹੈਗਾ। ਇਹ ਅਨੁਵਾਦ ਆ ਜਿਹੜਾ ਇਹ ਇਮਾਮ ਅਲ ਗਜ਼ਾਲੀ ਹੈ ਜਿਹੜਾ ਉਹ ਇਸਲਾਮੀ ਸਾਹਿਤ ਦੇ ਵਿੱਚ, ਸੂਫੀ ਸਾਹਿਤ ਦੇ ਵਿੱਚ ਬੜਾ ਵੱਡਾ ਨਾਂ ਰੱਖਦਾ, ਇਮਾਮ ਅਲ ਗਜ਼ਾਲੀ। ਇਮਾਮ ਅਲ ਗਜ਼ਾਲੀ ਦੀ ਜਿਹੜੀ ਕਿਤਾਬ ਹੈਗੀ ਆ ਕੀਮਿਆਏ ਸਾਦਤ, ਉਹਦਾ ਜਿਹੜਾ ਅਨੁਵਾਦ ਆ ਉਹ ਪਾਰਸ ਭਾਗ ਦੇ ਨਾਂ ਥੱਲੇ ਕੀਤਾ ਹੈ। ਤਾਂ ਪਾਰਸ ਭਾਗ ਆਪਾਂ ਜਾਣਦੇ ਹਾਂ ਕਿ ਪਾਰਸ ਕਿਸੇ ਅਜਿਹੇ ਕਲਪਤ ਪੱਥਰ ਵੱਲ ਇਸ਼ਾਰਾ ਕਰਦਾ ਹੈ ਕਿ ਜਿਹਦੇ ਨਾਲ ਜੋ ਕੁਝ ਵੀ ਛੁਹਾਇਆ ਜਾਵੇ ਉਹ ਫਿਰ ਸੋਨਾ ਬਣ ਜਾਂਦਾ ਹੈ। ਸੋਨਾ ਬੜੀ ਕੀਮਤੀ ਧਾਤ ਸੀਗੀ, ਅਤੇ ਇਸ ਕਰਕੇ ਪਾਰਸ ਇੱਕ ਅਜਿਹਾ ਰਸਾਇਣ, ਅਜਿਹਾ ਪੱਥਰ ਕਲਪਿਆ ਕਿ ਉਹਦੇ ਨਾਲ ਲੱਗਣ ਨਾਲ ਕੀਮਿਆਈ ਸਾਦਤ ਵੀ ਹੈ ਕਿ ਕੀਮਿਆਈ ਜਿਹੜੀ ਆ ਰਸਾਇਣ ਵਿਗਿਆਨ ਹੁੰਦਾ ਸਾਦਤ 'ਤੇ। ਇਹ ਅਸਲ ਦੇ ਵਿੱਚ ਕੀ ਹੈਗਾ ਕਿ ਜਿਵੇਂ ਇਸ ਤਰ੍ਹਾਂ ਦੀ ਕਿਸੇ ਧਾਤ ਦੀ ਲੱਭਤ ਕੀਤੀ ਜਾਂਦੀ ਹੈ ਕਿ ਜਿਹੜੀ ਹਰ ਚੀਜ਼ ਨੂੰ ਸੋਨਾ ਬਣਾ ਦੇ, ਇਵੇਂ ਅਧਿਆਤਮਕ ਪੁਰਸ਼ ਆ ਜਿਹੜੇ ਉਹ ਵੀ ਕਿਸੇ ਅਜਿਹੀ ਚੀਜ਼ ਦੀ ਤਲਾਸ਼ ਵਿੱਚ ਸੀ ਕਿ ਜਿਹਦੇ ਨਾਲ ਬੰਦੇ ਦੀ ਮੁਕਤੀ ਹੋ ਜੇ। ਤਾਂ ਜਿਹੜਾ ਇਹਦੇ ਵਿੱਚ ਜਿਹੜਾ ਫਲਸਫਾ ਹੈਗਾ ਉਹ ਇੱਕ ਤਰ੍ਹਾਂ ਕਿਹਾ ਜਾ ਸਕਦਾ ਕਿ ਹੈ ਤਾਂ ਇਹ ਸਾਮੀ ਫਲਸਫਾ, ਪਰ ਇਹ ਸਾਰੇ ਜਿਹੜੇ ਅਧਿਆਤਮਕ ਜਾਂ ਰੂਹਾਨੀ ਜਾਂ ਅਧਿਆਤਮਕ ਫਲਸਫੇ ਆ ਮੱਧ ਕਾਲ ਦੇ, ਚਾਹੇ ਮੈਟਾਫਿਜ਼ੀਕਲ ਜਿਹੜੇ ਸੋਚ ਵਾਲੇ ਵਿਅਕਤੀ ਨੇ, ਅਧਿਆਤਮਕ ਵਿਚਾਰਾਂ ਵਾਲੇ ਵਿਅਕਤੀ ਨੇ, ਉਹਨਾਂ ਦੀ ਜਿਹੜੀ ਸੋਚ ਆ ਉਹ ਚਾਹੇ ਇਸਲਾਮ ਦੇ ਹੋਣ, ਚਾਹੇ ਈਸਾਈ ਮਤ ਦੇ ਹੋਣ, ਚਾਹੇ ਉਹ ਹਿੰਦੂ ਮਤ ਦੇ ਹੋਣ, ਉਹਨਾਂ ਵਿੱਚ ਇੱਕ ਸਾਂਝਦਾਰੀ ਵੀ ਹੁੰਦੀ ਆ। ਉਹ ਸਾਂਝਦਾਰੀ ਇਹ ਹੈਗੀ ਆ ਕਿ ਆਤਮਾ ਨੂੰ ਪਛਾਣਨ ਦੀ। ਤਾਂ ਸਾਰਾ ਤਾਂ ਇਹ ਅਨੁਵਾਦ ਨਹੀਂ ਪੜ੍ਹਿਆ ਜਾਣਾ ਇੱਥੇ, ਸਿਰਫ ਮੈਂ ਪਹਿਲੇ ਹੀ ਸਰਗ ਆ ਜਿਹੜਾ ਆਰੰਭੀ ਆ, ਪਹਿਲੇ ਹੀ ਅਧਿਆਏ ਆ, ਉਹ ਹੀ ਧਿਆਓ ਆਪਣੇ ਪਛਾਣਨੇ ਕਾ। ਅਧਿਆਏ ਨੂੰ ਧਿਆਓ ਤੋਂ ਭਾਵ ਆਪਣਾ। ਅਬ ਪਹਿਲਾ ਧਿਆਓ ਆਪਣੇ ਪਛਾਣਨੇ ਕਾ, ਆਪਣੇ ਆਪ ਨੂੰ ਪਛਾਣਨਾ। ਗੁਰਬਾਣੀ ਦੇ ਵਿੱਚ ਵੀ ਬਹੁਤ ਥਾਵਾਂ 'ਤੇ ਆਉਂਦਾ ਕਿ ਆਪਣਾ ਮੂਲ ਪਛਾਣਨਾ, ਆਪਣਾ ਮੂਲ ਪਛਾਣ। ਤਾਂ ਤੇ ਐਸੇ ਜਾਨ ਤੂੰ ਜੋ ਆਪਣਾ ਆਪ ਕਾ ਪਛਾਨਣਾ, ਇਹੀ ਭਗਵੰਤ ਕੇ ਪਛਾਨਣੇ ਕੀ ਕੁੰਜੀ ਹੈ। ਵੀ ਜੇ ਤੂੰ ਆਪਣੇ ਆਪ ਨੂੰ ਜਾਣ ਲਏਗਾ ਤੂੰ ਪਰਮਾਤਮਾ ਨੂੰ ਵੀ ਜਾਣ ਲਏਗਾ। ਜੋ ਪਿੰਡੇ ਸੋਈ ਬ੍ਰਹਮਿੰਡੇ। ਜੇ ਬ੍ਰਹਮੰਡ ਨੂੰ ਜਾਣਨਾ ਤਾਂ ਆਪਣੇ ਪਿੰਡ ਨੂੰ ਜਾਣ, ਆਪਣੇ ਸਰੀਰ ਨੂੰ ਜਾਣ। ਜੇ ਤੂੰ ਬਾਹਰ ਨੂੰ ਜਾਣਨਾ ਤਾਂ ਪਹਿਲਾਂ ਅੰਦਰ ਨੂੰ ਜਾਣ। ਸੋ ਏਸੀ ਤੇ ਪਰਮਾਤਮਾ ਪੁਰਖ ਵੀ ਕਿਹਾ, ਜਿਸ ਨੇ ਆਪਣੇ ਮਨ ਕੋ ਪਛਾਣਿਆ ਹੈ, ਤਿਸ ਨੇ ਨਿਰਸੰਦੇਹ ਆਪਣੇ ਸਾਹਿਬ ਕੋ ਪਛਾਣਿਆ ਹੈ। ਬਹੁੜ ਸਾਈਂ ਵੀ ਕਿਹਾ, ਜੋ ਮੈਨੇ ਆਪਣੇ ਲੱਛਣ ਜੀਵੇ ਕੋ ਜਨਮ ਮੇ ਪ੍ਰਗਟ ਕਰੇ ਹੈ। ਇਸ ਕਰਕੇ ਜੋ ਆਪਣੇ ਕੋ ਪਛਾਣ ਕਰ ਮੁਝ ਕੇ ਵੀ ਪਛਾਣੇ, ਤਾਂ ਤੇ ਭਾਈ ਤੇਰੇ ਸਮਾਨ ਤੁਝ ਕਾ ਅਵਰ ਪਦਾਰਥ ਕੋਈ ਨਿਕਟ ਨਹੀਂ। ਸਾਰੇ ਹੀ ਲਗਭਗ ਅਧਿਆਤਮਵਾਦੀ ਵਿਚਾਰਾਂ ਵਿੱਚ ਇਹ ਗੱਲ ਬੜੀ ਮਹੱਤਵਪੂਰਨ ਮੰਨੀ ਜਾਂਦੀ ਹੈ ਕਿ ਜੇ ਵਿਅਕਤੀ ਨੇ ਆਪਣੇ ਆਪ ਨੂੰ ਪਛਾਣ ਲਿਆ ਤਾਂ ਸਮਝ ਲਓ ਉਹਨੇ ਰੱਬ ਨੂੰ ਪਾ ਲਿਆ।
ਜਾਂ ਕਹਿ ਲਓ ਕਿ ਰੱਬ ਨੂੰ ਜਾਣ ਲਿਆ, ਕਿ ਜੇ ਤੁਸੀਂ ਬਾਹਰੀ ਸੰਸਾਰ ਨੂੰ ਵੀ ਜਾਣਨਾ ਜਾਂ ਪਰਮਾਤਮਾ ਨੂੰ ਜਾਣਨਾ ਤਾਂ ਉਹਦੇ ਲਈ ਕੀ ਹੈ ਕਿ ਤੁਸੀਂ ਆਪਣੇ ਆਪ ਨੂੰ ਜਾਣੋ। ਇੱਕ ਤਰ੍ਹਾਂ ਦੀ ਕਿਹਾ ਜਾ ਸਕਦਾ ਹੈ ਕਿ ਗਿਆਨ ਗ੍ਰਹਿਣ ਕਰਨ ਲਈ ਜਾਂ ਗਿਆਨ ਦੇ ਲਈ ਇਹ ਇੰਟਰੋਸਪੈਕਟਿਵ ਜਿਹੜੀ ਵਿਧੀ ਆ ਉਹਨੂੰ ਮੰਨਿਆ ਜਾਂਦਾ ਹੈਗਾ, ਅਤੇ ਉਹਦੇ ਬਾਰੇ ਗੱਲ ਵੀ ਕੀਤੀ ਜਾਂਦੀ ਹੈ। ਇਹ ਸਾਡੇ ਪਾਰਸ ਭਾਗ ਨੂੰ ਜੇ ਤੁਸੀਂ ਪੜ੍ਹੋ ਤਾਂ ਇਸ ਕਿਸਮ ਦੇ ਤੁਹਾਨੂੰ ਉਹਦੇ ਵਿੱਚੋਂ ਵਿਚਾਰ ਪ੍ਰਾਪਤ ਹੋਣਗੇ, ਤੁਸੀਂ ਉਹਦੇ ਬਾਰੇ ਜਾਣ ਸਕਦੇ। ਹੁਣ ਤੱਕ ਆਪਾਂ ਗੱਲਾਂ ਕਰ ਚੁੱਕੇ ਹੈਗੇ ਹਾਂ ਸਾਖੀਆਂ ਬਾਰੇ, ਪਰਚੀਆਂ ਬਾਰੇ, ਅਨੁਵਾਦ ਬਾਰੇ, ਅਤੇ ਹੁਣ ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰਨੀ ਹੈਗੀ ਆ ਪਰਮਾਰਥ ਬਾਰੇ। ਅਤੇ ਪਰਮਾਰਥ ਅਰਥ ਕਿਸ ਚੀਜ਼ ਦੇ ਅਰਥ, ਇਹ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਅਰਥ ਲਾਏ ਹੈਗੇ ਆ, ਇਹ ਕਿਹਾ ਜਾਂਦਾ ਹੈ ਕਿ ਇਹ ਜਪਜੀ ਦੇ ਜਿਹੜੇ ਅਰਥ ਆ ਕਿਹਨੇ ਕੀਤੇ ਆ। ਕਿਹਾ ਤਾਂ ਇਹ ਜਾਂਦਾ ਹੈ ਕਿ ਸ਼ਿਬੂਨਾਥ ਬ੍ਰਾਹਮਣ ਸੀ ਕੋਈ, ਉਹਨੇ ਕੀਤੇ ਆ। ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਇੱਕ ਹੱਥ ਲਿਖਤ ਖਰੜਾ ਪਿਆ ਸੀਗਾ, ਉਹਦੇ ਤੋਂ ਇਹ ਪਹਿਲੀ ਵਾਰੀ ਸਾਹਮਣੇ ਆਇਆ ਜਪੂ ਪਰਮਾਰਥ। ਜਪੂ ਪਰਮਾਰਥ ਜਪਜੀ ਦਾ ਇਹ ਟੀਕਾ ਹੈਗਾ, ਜਾਂ ਕਹਿ ਲਓ ਕਿ ਜਪਜੀ ਦੇ ਅਰਥ ਹੈਗੇ। ਤਾਂ ਥੋੜ੍ਹਾ ਜਿਹਾ ਇਹ ਵੀ ਕਿਹਾ ਕਿ ਕਿਤੇ ਸ਼ਬਦ ਟੀਕਾ ਵਰਤਿਆ ਜਾਂਦਾ, ਕਿਤੇ ਸ਼ਬਦ ਪਰਮਾਰਥ ਵਰਤਿਆ ਜਾਂਦਾ, ਕਿਤੇ ਸ਼ਬਦ ਇਹਦੇ ਨਾਲ ਰਲਦੇ ਮਿਲਦੇ ਸ਼ਬਦ ਹੀ ਇਹ ਆ ਕਿ ਕਿਤੇ ਸ਼ਬਦ ਗੋਸ਼ਟ ਵੀ ਵਰਤ ਲਿਆ ਜਾਂਦਾ, ਇਹਦੇ ਲਈ ਵੀ ਗੋਸ਼ਟ ਵਰਤ ਲਿਆ ਜਾਂਦਾ। ਅਸਲ ਵਿੱਚ ਮੱਧ ਕਾਲ ਦੇ ਵਿੱਚ ਕੀ ਸੀਗਾ ਕਿ ਪਹਿਲਾਂ ਕੋਈ ਜਿਹੜੀ ਰਚਨਾ ਹੈ ਉਹਦੀ ਇੱਕ ਕਹਾਣੀ ਬਣਾਈ ਜਾਂਦੀ ਸੀ ਕਿ ਇਹ ਜਿਹੜੇ ਅਰਥ ਨੇ ਇਹ ਕਿਹਨੇ ਕੀਤੇ, ਕਦੋਂ ਕੀਤੇ, ਕਿੱਥੇ ਕੀਤੇ। ਉਹ ਜਿਹੜੀ ਕਹਾਣੀ ਆ ਉਹ ਅਥਾਨਕਾ ਹੁੰਦੀ ਸੀ ਕਿ ਰਚਨਾ ਕਦੋਂ ਲਿਖੀ ਗਈ, ਕਿਹਨੇ ਲਿਖੀ, ਕਿਵੇਂ ਲਿਖੀ। ਫਿਰ ਸ਼ਬਦਾਂ ਦੇ ਇੱਕ ਇੱਕ ਸ਼ਬਦ ਦਾ ਅਰਥ ਕਰਨ ਦੀ ਬਜਾਏ ਉਹਦੇ ਜਿਹੜਾ ਵਾਕਾਂ ਦੇ ਅਰਥ ਕਰੇ ਜਾਂਦੇ ਸੀਗੇ। ਫਿਰ ਉਹਨੂੰ ਵਿਆਖਿਆ ਦੇਣ ਦੇ ਲਈ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ। ਫਿਰ ਉਹ ਰਚਨਾ ਦੇ ਅਰਥ ਪ੍ਰਾਪਤ ਕਰਨ ਨਾਲ ਵਿਅਕਤੀ ਨੂੰ ਕੀ ਮਿਲੇਗਾ, ਉਹਦੀ ਉਨਤੀ ਕਿਵੇਂ ਹੋਊਗੀ, ਉਹਨੂੰ ਲਾਭ ਕੀ ਪ੍ਰਾਪਤ ਹੋਵੇਗਾ, ਉਹਨੂੰ ਵੀ ਕਿਹਾ ਜਾਂਦਾ ਸੀਗਾ ਕਿ ਫਲ ਕੀ ਆ ਜਾਂ ਉਹਦਾ ਪਰਮਾਰਥ ਕੀ ਆ। ਤਾਂ ਪਰਮਾਰਥ ਜਿਹੜਾ ਸ਼ਬਦ ਆ ਉਹਦੇ ਵਿੱਚ ਕਈ ਕੁਝ ਸਮਾਇਆ ਹੋਇਆ ਅਰਥ ਦੀ ਪੱਧਰ 'ਤੇ, ਕਿ ਉਹਦੇ ਵਿੱਚ ਸ਼ਬਦਾਂ ਦਾ ਅਰਥ ਵੀ ਸਮਾਇਆ ਹੋਇਆ, ਵਾਕਾਂ ਦਾ ਅਰਥ ਵੀ ਸਮਾਇਆ, ਰਚਨਾ ਦਾ ਅਰਥ ਵੀ ਸਮਾਇਆ, ਰਚਨਾ ਲਿਖਣ ਦਾ ਪ੍ਰਯੋਜਨ ਵੀ ਸਮਾਇਆ ਹੋਇਆ, ਉਹਦੇ ਨਾਲ ਸੰਬੰਧਿਤ ਸਾਖੀ ਵੀ ਸਮਾਈ ਹੋਈ ਆ। ਅਤੇ ਬਹੁਤ ਕੁਝ ਆ ਜਿਹੜਾ ਮੱਧਕਾਲੀ ਵਾਰਤਕ ਪਰੰਪਰਾ ਨੂੰ ਜਦੋਂ ਅਸੀਂ ਦੇਖਦੇ ਹਾਂ, ਸਿਰਫ ਇਹਦੀ ਵੰਨਗੀ ਦਾ ਕੁਝ ਹਿੱਸਾ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਿਆ। ਪਹਿਲੀ ਗੱਲ ਤਾਂ ਇਹ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕੋਈ ਵੀ ਰਚਨਾਕਾਰ ਇਹ ਨਹੀਂ ਕਹਿੰਦਾ ਕਿ ਇਹ ਅਰਥ ਮੈਂ ਕਰ ਰਿਹਾ, ਉਹ ਹਮੇਸ਼ਾ ਇਹ ਕਰਦਾ ਕਹਿੰਦਾ ਕਿ ਅਰਥ ਤਾਂ ਇਹ ਇਸ ਨੇ ਕਿਹਾ ਕਿ ਇਹ ਜਿਹੜੇ ਅਰਥ ਨੇ ਜਪਜੀ ਦੇ ਇਹ ਤਾਂ ਗੁਰੂ ਅੰਗਦ ਦੇਵ ਜੀ ਨੇ ਕੀਤੇ, ਅਤੇ ਗੁਰੂ ਅੰਗਦ ਦੇਵ ਜੀ ਨੇ ਕਿਤੋਂ ਲਏ ਇਹ ਅਰਥ। ਇਹ ਕਿਹਾ ਜਾਂਦਾ ਕਿ ਉਹ ਅਰਥ ਖੁਦ ਗੁਰੂ ਨਾਨਕ ਦੇਵ ਜੀ ਨੇ ਹੀ ਇਹ ਅਰਥ ਕੀਤੇ ਆ। ਇਹ ਸਾਖੀ ਦਾ ਮੁੱਢਲਾ ਭਾਗ ਹੀ ਇਹ ਕਹਿ ਦਿੰਦਾ। ਪਰ ਉਹ ਸਾਖੀ ਅਰਥ ਕਿਵੇਂ ਕਰਦੀ ਆ ਇਹ ਤੁਸੀਂ ਦੇਖੋ। ਕਹਿ ਨਾਨਕ ਜੀ ਕਿਤੇ ਸੋਚ ਵਿਚਾਰ ਕਰ ਕਰ ਵੀ ਪਾਈਐ, ਤਬ ਅਸਾਂ ਕਿਹਾ ਜੀ ਸੋਚਾ ਸੋਚ ਨਾ ਹੋਵੇ ਜੇ ਸੋਚੀਏ ਲੱਖ ਵਾਰ, ਤਿਸਕਾ ਪਰਮਾਰਥ ਕਹੇ ਜੀ ਪਰਮੇਸ਼ਰ ਕਾ ਵਿਚਾਰ, ਸੋਚ ਕੋ ਸੋਚ ਕਰ ਕਰ ਕੀਤਾ ਲੋੜੇ ਤਾਂ ਨਾ ਹੀ ਹੁੰਦਾ। ਕਹੇ ਜੀ ਚੁੱਪ ਕਰ ਕਰ ਮੌਨ ਧਾਰ ਕਰ ਲਵਤਾਰ, ਲਾਏ ਕਰ ਬਹਿ ਕਰ ਕਹੇ ਜੀ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਵਤਾਰ। ਤਿਸਕਾ ਪਰਮਾਰਥ ਕਹੇ ਜੀ ਚੁੱਪ ਕਰ ਕਰ ਪਰਮੇਸ਼ਰ ਕੇ ਧਿਆਨ ਹੀ ਵਿੱਚ ਹੋਏ ਰਹੇ, ਤਾਂ ਵੀ ਉਸ ਪਰਮੇਸ਼ਰ ਕੀ ਲਵਤਾਰ ਵਿੱਚ ਨਾ ਰਹਿ ਸਕੇ। ਬਿਨ ਉਸ ਮਹਾਰਾਜ ਦੀ ਕਿਰਪਾ ਤੇ ਇਹ ਵੀ ਮੇਰੇ ਬੁੱਤੇ ਨਾ ਹੀ ਹੋਏ ਆਮਦੀ। ਕਹੇ ਜੀ ਕਿਵੇਂ ਇਸ ਦੀ ਭੁੱਖ ਵੀ ਮਿਟੇ, ਕਹੇ ਜੀ ਭੁੱਖੇ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਪਾਰ। ਹੁਣ ਜਦੋਂ ਅਸੀਂ ਇਹ ਵੇਖਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਜਪਜੀ ਦੀ ਇੱਕ ਪੰਕਤੀ ਲਈ ਜਾਂਦੀ ਹੈ, ਫਿਰ ਉਹਦਾ ਅਰਥ ਕੀਤਾ ਜਾਂਦਾ। ਇਸ ਦੇ ਵਿੱਚ ਜਿਹੜੇ ਅਰਥ ਸੋਚ ਦੇ ਕੀਤੇ ਆ ਉਹ ਸੋਚਣ ਤੋਂ ਕੀਤੇ ਆ, ਜਦੋਂ ਕਿ ਹੋਰ ਬਹੁਤ ਥਾਵਾਂ 'ਤੇ ਅਸੀਂ ਦੇਖਦੇ ਹਾਂ ਕਿ ਸੋਚ ਦੇ ਅਰਥ ਆ ਜਿਹੜੇ ਉਹ ਇਸ਼ਨਾਨ ਦੇ, ਨਹਾਉਣ ਦੇ ਲਏ ਗਏ ਆ। ਸੋ ਇੱਥੋਂ ਇੱਕ ਗੱਲ ਤਾਂ ਇਹ ਹੈਗੀ ਆ ਕਿ ਕਿਸੇ ਸ਼ਬਦ ਦੇ, ਕਿਸੇ ਸਾਖੀ ਦੇ, ਕਿਸੇ ਦੇ ਅਰਥ ਕਰਨ ਲਈ ਬਹੁਤ ਸਾਰੇ ਵਿਆਖਿਆਵਾਂ ਤਾਂ ਕਰਕੇ ਪ੍ਰਚਲਿਤ ਹੋ ਜਾਂਦੀਆਂ ਕਿ ਸ਼ਬਦਾਂ ਦੇ ਅਰਥਾਂ ਦੇ ਬਾਰੇ ਮਤਭੇਦ ਹੁੰਦੇ ਆ। ਇੱਥੇ ਵੀ ਹੁਣ ਮਤਭੇਦ ਇੱਥੇ ਪ੍ਰਗਟ ਤਾਂ ਨਹੀਂ ਕੀਤਾ, ਪਰ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹ ਸੋਚ ਦਾ ਅਰਥ ਸੋਚਣ ਤੋਂ ਨਹੀਂ ਲੈਂਦੇ, ਸੋਚ ਦਾ ਅਰਥ ਇਸ਼ਨਾਨ ਕਰਨ ਤੋਂ ਲੈਂਦੇ ਆ। ਪਰ ਇਸ ਦੇ ਬਾਵਜੂਦ ਆਪਣੇ ਆਪ ਦੇ ਵਿੱਚ ਇਹ ਰਚਨਾ ਬੜੀ ਗੂੜੀ ਅਤੇ ਬੜੀ ਸੰਘਣੀ
ਬੁਣਤੀ ਦੇ ਵਿੱਚ ਬੁਣੀ ਹੋਈ ਆ ਕਿ ਇੱਕ ਇੱਕ ਜਿਹੜਾ ਵਾਕ ਲਿਆ ਗਿਆ, ਇੱਕ ਇੱਕ ਉਹਦੇ ਜਪਜੀ ਸਾਹਿਬ ਦੀ ਪੰਕਤੀ ਲਈ ਗਈ ਆ, ਫਿਰ ਉਹਦੇ ਅਰਥ ਕਰ ਕਰਕੇ ਦੱਸੇ ਗਏ ਹੈ। ਬਹੁਤ ਸਾਰੀਆਂ ਰਚਨਾਵਾਂ ਬਾਰੇ ਆਪਾਂ ਗੱਲ ਕਰ ਲਈ, ਅਤੇ ਹੁਣ ਆਪਾਂ ਥੋੜ੍ਹੀ ਜਿਹੀ ਗੱਲ ਇਸ ਕਰ ਲਈ ਕਿ ਪਰਿਵਰਤਨ ਕਾਲ ਦੇ ਵਿੱਚ ਜਿਹੜੀ ਤੁਹਾਡੇ ਸਿਲੇਬਸ ਦੇ ਵਿੱਚ ਵਾਰਤਕ ਲਾਈ ਗਈ ਹੈਗੀ ਆ, ਵਾਰਤਕ ਦੀ ਇੱਕ ਵੰਨਗੀ ਲਾਈ ਗਈ ਆ। ਪੰਡਿਤ ਸ਼ਰਧਾ ਰਾਮ ਫਲੋਰੀ ਦੀ ਕਿਤਾਬ ਪੰਜਾਬੀ ਬਾਤਚੀਤ 'ਚੋਂ ਇੱਕ ਭਾਗ ਲਾਇਆ ਗਿਆ, ਉਹ ਅੱਜ ਕੱਲ੍ਹ ਦੀ ਭਾਸ਼ਾ ਦੇ ਨੇੜੇ ਹੀ ਆ, ਇਸ ਕਰਕੇ ਉਹਨੂੰ ਤੁਸੀਂ ਆਪ ਪੜ੍ਹ ਸਕਦੇ ਆ। ਵੈਸੇ ਉਹਦੇ 'ਤੇ ਕਿਸੇ ਹੋਰ ਪ੍ਰਸੰਗ ਦੇ ਵਿੱਚ ਆਪਾਂ ਵਿਆਖਿਆ ਕਰ ਲਵਾਂਗੇ। ਅਤੇ ਇਸ ਲੈਕਚਰ ਦੇ ਨਾਲ ਵਾਰਤਕ ਵਿਰਸਾ ਕਿਤਾਬ ਦੇ ਸੰਬੰਧੀ ਜਿਹੜੀ ਲੈਕਚਰ ਲੜੀ ਆ ਉਹ ਖਤਮ ਹੁੰਦੀ ਆ। ਤੁਸੀਂ ਇਹ ਸਾਰੀ ਕਿਤਾਬ ਨੂੰ ਖੁਦ ਪੜ੍ਹਨਾ ਅਤੇ ਉਹਦੇ ਅਰਥ ਸਮਝਣੇ ਨੇ। ਜੇ ਕੋਈ ਪ੍ਰਸ਼ਨ ਹੋਵੇ ਤਾਂ ਉਹ ਤੁਸੀਂ ਪੁੱਛ ਸਕਦੇ ਆ। ਉਹ ਪ੍ਰਸ਼ਨਾਂ ਦਾ ਤੁਹਾਡਿਆਂ ਦਾ ਆਪਾਂ ਦੁਬਾਰਾ ਕਿਸੇ ਹੋਰ ਵੀਡੀਓ ਦੇ ਵਿੱਚ ਉੱਤਰ ਦੇਵਾਂਗੇ। ਤੁਹਾਡੇ ਸਾਰਿਆਂ ਦੇ ਲਈ ਬਹੁਤ ਬਹੁਤ ਸ਼ੁਭ ਕਾਮਨਾਵਾਂ। ਸ਼ੁਕਰੀਆ, ਧੰਨਵਾਦ।